ਕਨੈਕਟ ਐਫਐਮ ਕੈਨੇਡਾ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਪਿਛਲੇ ਦਿਨਾਂ ਦੇ ਦੌਰਾਨ ਮੈਨੂੰ ਬਹੁਤ ਸਾਰੇ ਮੈਸੇजेस ਆਏ, ਬਹੁਤ ਸਾਰੇ ਸਵਾਲ ਕੀਤੇ ਗਏ। ਉਹਨਾਂ ਵੱਲੋਂ ਸਾਡੇ ਜਿਹੜੇ ਸਰੋਤੇ ਸੀ ਜਾਂ ਜਿਹੜੇ ਦਰਸ਼ਕ ਸਾਨੂੰ ਦੇਖਦੇ ਨੇ ਸੁਣਦੇ ਨੇ, ਉਹਨਾਂ ਨੇ ਮੈਨੂੰ ਸਵਾਲ ਕੀਤਾ। ਉਹਨਾਂ ਦੀ ਦਿਲਚਸਪੀ ਸੀ ਜਾਂ ਕਹਿ ਲਓ ਕਿ ਉਤਸੁਕਤਾ ਸੀ ਇਸ ਗੱਲ ਨੂੰ ਜਾਣਨ ਦੀ। ਉਹ ਚਾਹੁੰਦੇ ਸੀ ਕਿ ਸਾਨੂੰ ਦੱਸਿਆ ਜਾਵੇ ਕਿ ਉਸ ਪਰਿਵਾਰ ਦਾ ਕੀ ਬਣਿਆ। ਉਹ ਪਰਿਵਾਰ ਜਿਹੜਾ ਅੰਮ੍ਰਿਤਸਰ ਦੇ ਵਿੱਚ ਰਣਜੀਤ ਐਵਨਿਊ ਦੇ ਵਿੱਚ ਆਪਣਾ ਹੌਪਰਸ ਬਾਰ ਐਂਡ ਰੈਸਟੋਰੈਂਟ ਚਲਾਉਂਦਾ ਸੀ, ਜਿਸ ਪਰਿਵਾਰ ਦੇ ਮਗਰ ਲਗਾਤਾਰ ਅੰਮ੍ਰਿਤਸਰ ਦੀ ਪੁਲਿਸ ਪਈ ਹੋਈ ਸੀ, ਪੂਰੇ ਦਾ ਪੂਰਾ ਅੰਮ੍ਰਿਤਸਰ ਕਮਿਸ਼ਨਰੇਟ ਪਿਆ ਹੋਇਆ ਸੀ। ਕੀ ਉਹਨਾਂ ਨੂੰ ਕੋਰਟ ਦੇ ਵੱਲੋਂ ਜਾਂ ਕੋਰਟ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਰਾਹਤ ਮਿਲੀ? ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਕੇਸ ਲੱਗੇ ਹੋਏ ਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ। ਤੇ ਇਸ ਦੌਰਾਨ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਦੱਸਦਾ ਕਿ ਜਿਸ ਤਰ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਕੇਸ ਲੱਗੇ ਸੀ ਤੇ ਜਿਹੜੇ ਮੁੱਢਲੇ ਫੈਸਲੇ ਆਏ ਨੇ, ਉਹ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਲਈ ਇੱਕ ਬਹੁਤ ਵੱਡਾ ਝਟਕਾ ਨੇ। ਜਿਹੜੀ ਪੁਲਿਸ ਲਗਾਤਾਰ ਹੱਥ ਧੋ ਕੇ, ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਇਸ ਪਰਿਵਾਰ ਦੇ ਮਗਰ ਪਈ ਹੋਈ ਸੀ, ਔਰ ਜਿਸ ਤਰ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਿਸ ਸੰਜੀਦਗੀ ਨਾਲ, ਜਿਸ ਸੀਰੀਅਸਨੈਸ ਨਾਲ ਇਹਨਾਂ ਮਾਮਲਿਆਂ ਨੂੰ ਡੀਲ ਕੀਤਾ ਜਾਂ ਇਹਨਾਂ ਮਾਮਲਿਆਂ ਨੂੰ ਲਿਆ, ਉਸ ਨਾਲ ਵਾਕਿਆ ਲੱਗਦਾ ਕਿ ਅੰਮ੍ਰਿਤਸਰ ਪੁਲਿਸ ਦੀਆਂ ਜਿਹੜੀਆਂ ਪ੍ਰਾਇਰਟੀ ਸੀ, ਜਿਹੜੀਆਂ ਤਰਜੀਹਾਂ ਸੀ, ਕਿਤੇ ਹੋਰ ਹੀ ਸੀ। ਉਹ ਤਾਂ ਕੇਵਲ ਤੇ ਕੇਵਲ ਆਪਣੇ ਘਮੰਡ ਨੂੰ, ਆਪਣੇ ਹਉਮੈ ਨੂੰ ਤੇ ਆਪਣੀ ਈਗੋ ਨੂੰ ਪਾਲ ਰਹੇ ਸੀ। ਇਸ ਕਰਕੇ ਇੱਕ ਪਰਿਵਾਰ ਦੇ ਮਗਰ ਪਏ ਹੋਏ ਸੀ, ਇੱਕ ਪਰਿਵਾਰ ਦਾ ਬਿਜ਼ਨਸ ਖਤਮ ਕਰਨ ਤੇ ਤੁਲੇ ਹੋਏ ਸੀ। ਇਹ ਗੱਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਸਾਹਮਣੇ ਆਈ। ਤੁਸੀਂ ਦੇਖੋ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ 17 ਜੁਲਾਈ ਨੂੰ ਕੇਸ ਲੱਗਾ ਸੀ। ਉਹ ਕੇਸ ਜਿਸ ਵਿੱਚ ਇਸ ਪਰਿਵਾਰ ਨੇ, ਰਾਜਨਵੀਰ ਸਿੰਘ ਵੜੈਚ ਨੇ, ਡਾਕਟਰ ਮਨਜੋਤ ਸਿੰਘ ਨੇ ਜਾਂ ਉਹਨਾਂ ਦੀ ਪਤਨੀ ਜਿਹੜੀ ਆ ਡਾਕਟਰ ਗੁਰਜੀਤ ਕੌਰ, ਇਹਨਾਂ ਨੇ ਅਪੀਲ ਕੀਤੀ ਸੀ, ਇਹਨਾਂ ਨੇ ਦਰਖਾਸਤ ਲਾਈ ਸੀ ਕਿ ਜਿਹੜੀਆਂ FIR ਸਾਡੇ ਖਿਲਾਫ ਦਰਜ ਕੀਤੀਆਂ ਉਹ ਖਾਰਜ ਕੀਤੀਆਂ ਜਾਣ, ਤੇ ਜਿਹੜਾ ਉਹਨਾਂ FIRs ਦੇ ਵਿੱਚ ਵਾਅਦੇ ਕੀਤੇ ਗਏ ਨੇ, ਦੁਬਾਰਾ ਸੈਕਸ਼ਨ ਜੋੜੇ ਗਏ ਨੇ ਸਾਨੂੰ ਹਰਾਸ ਕਰਨ ਲਈ, ਉਹ ਸੈਕਸ਼ਨਸ ਜਿਹੜੇ ਜ਼ਮਾਨਤੀ ਨਾ ਹੋਣ, ਨਾਨ ਬੇਲੇਬਲ ਸੈਕਸ਼ਨ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਨੇ, ਉਹ ਜਾਣਬੁੱਝ ਕੇ ਜੋੜੇ ਗਏ ਤਾਂ ਕਿ ਇਸ ਪਰਿਵਾਰ ਨੂੰ ਖਤਮ ਕੀਤਾ ਜਾ ਸਕੇ, ਇਹਨਾਂ ਪਰਿਵਾਰ ਨੂੰ, ਇਹਨਾਂ ਪਰਿਵਾਰ ਦੇ ਜੀਆਂ ਨੂੰ ਤੰਗ ਕੀਤਾ ਜਾ ਸਕੇ। ਹੁਣ ਇਹ ਜਿਹੜਾ ਕੇਸ ਸੀ, ਸਭ ਤੋਂ ਪਹਿਲਾਂ ਤਾਂ 17 ਜੁਲਾਈ ਨੂੰ ਬੀਤੇ ਕੱਲ ਜਸਟਿਸ ਜਸਜੀਤ ਸਿੰਘ ਬੇਦੀ ਨੇ ਉਹਨਾਂ ਦੀ ਕੋਰਟ ਦੇ ਵਿੱਚ ਆਇਆ, ਤੇ ਇਸ ਪਰਿਵਾਰ ਦੇ ਵਕੀਲ ਸੀ ਡਾਕਟਰ ਅਨਮੋਲ ਰਤਨ ਸਿੰਘ ਸਿੱਧੂ, ਤੇ ਇਹਨਾਂ ਨੂੰ ਕੇਸ ਬੱਲ ਵਕੀਲ ਜਿਹੜੇ ਸੀ ਉਹ ਇਹਨਾਂ ਦਾ ਸਾਥ ਦੇ ਰਹੇ ਸੀ। ਕੱਲ ऑनरेबल हाई कोर्ट ने इन्वेस्टिगेशन ਜਿਹੜੀ ਕਿ ਅੰਮ੍ਰਿਤਸਰ ਪੁਲਿਸ ਕੋ ਪੈਂਡਿੰਗ ਸੀ, that has been taken from them to some other district, ਉਸ ਵਿੱਚ DGP ਪੰਜਾਬ ਪੁਲਿਸ ਨੂੰ ਹਦਾਇਤਾਂ ਕੀਤੀਆਂ ਨੇ ऑनरेबल ਹਾਈ ਕੋਰਟ ਨੇ ਵੀ ਇੱਕ SIT ਫਾਰਮ ਕੀਤੀ ਜਾਵੇ ਅਦਰ ਦੈਨ ਡਿਸਟ੍ਰਿਕਟ ਅੰਮ੍ਰਿਤਸਰ, ਜੋ ਕਿ ਇਸ ਕੇਸ ਨੂੰ ਇਨਵੈਸਟੀਗੇਟ ਕਰੇ। ਸੈਕੰਡਲੀ, ਅੱਜ ਜਿਹੜਾ ਕਿ 420 ਦਾ ਇੱਕ ਝੂਠਾ ਕੇਸ ਐਡ ਔਨ ਲੇਟਰ ਔਨ ਕੀਤਾ ਗਿਆ ਹੌਪਰਸ ਫੈਮਿਲੀ ਦੇ ਉੱਪਰ, ਉਸ ਵਿੱਚ ਹੌਪਰਸ ਫੈਮਿਲੀ ਦੇ ਓਨਰਸ ਨੂੰ ਸਾਰਿਆਂ ਨੂੰ ਐਂਟੀਸਪੇਟਰੀ ਬੇਲ ਗ੍ਰਾਂਟ ਕਰ ਦਿੱਤੀ ਗਈ ਹੈ। ਨਾਓ ਦੇ ਵਿਲ ਜੁਆਇਨ ਦੀ ਇਨਵੈਸਟੀਗੇਸ਼ਨ ਬਿਫੋਰ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਨਾਟ ਬਿਫੋਰ ਦੀ ਅੰਮ੍ਰਿਤਸਰ ਪੁਲਿਸ। ਤੇ ਦੂਸਰੇ ਪਾਸਿਓਂ IPS ਸੱਭਰਵਾਲ, ਇਹ ਡਿਪਟੀ ਐਡਵੋਕੇਟ ਜਨਰਲ ਨੇ, ਇਹ ਪੁਲਿਸ ਵੱਲੋਂ ਖੜੇ ਸੀ, ਅੰਮ੍ਰਿਤਸਰ ਪੁਲਿਸ ਵੱਲੋਂ, ਯਾਨੀ ਕਿ ਸਰਕਾਰ ਵੱਲੋਂ ਵਕੀਲ ਇਹ ਸੀ। ਤੇ ਜਦੋਂ ਡਾਕਟਰ ਅਨਮੋਲ ਰਤਨ ਸਿੰਘ ਸਿੱਧੂ, ਜਿਹੜੇ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਵੀ ਰਹੇ ਨੇ, ਉਹਨਾਂ ਨੇ ਇਸ ਪਰਿਵਾਰ ਦੀ ਸਾਰੀ ਵਿਥਾ ਸੁਣਾਈ ਕਿ ਕਿਸ ਤਰ੍ਹਾਂ ਇਹ ਪਰਿਵਾਰ ਪਿਛਲੇ 47 ਦਿਨਾਂ ਤੋਂ ਲਗਾਤਾਰ ਬੇਘਰ, ਘਰੋਂ ਭੱਜਿਆ ਹੋਇਆ, ਕਿਉਂਕਿ ਇਹਨਾਂ ਨੂੰ ਡਰ ਆ ਕਿ ਅੰਮ੍ਰਿਤਸਰ ਪੁਲਿਸ ਇਹਨਾਂ ਨੂੰ ਫੜ ਕੇ ਲੈ ਜਾਏਗੀ। ਝੂਠੇ ਕੇਸ ਇਹਨਾਂ ਤੇ ਦਰਜ ਕੀਤੇ ਗਏ। ਇਕੱਲੇ ਕੇਸ ਨਹੀਂ ਦਰਜ ਕੀਤੇ ਗਏ, ਬਲਕਿ ਉਹਨਾਂ ਦੇ ਵਿੱਚ ਹੋਰ ਧਾਰਾਵਾਂ ਲਾਈਆਂ ਗਈਆਂ ਤਾਂ ਕਿ ਇਹਨਾਂ ਦੀ ਜ਼ਮਾਨਤ ਨਾ ਹੋ ਸਕੇ। ਤੇ ਜਦੋਂ ਇਹ ਸਾਰਾ ਕੁਝ ਉਹਨਾਂ ਨੇ ਸੁਣਾਇਆ ਤੇ ਤੁਸੀਂ ਯਕੀਨ ਮੰਨੋ, ਅਦਾਲਤ ਦੇ ਵਿੱਚ ਸੁੰਨ ਪਸਰ ਗਈ ਸੀ। ਬਿਲਕੁਲ ਐਬਸੋਲੂਟਲੀ, ਜਿਹਨੂੰ ਅਸੀਂ ਕਹਿੰਦੇ ਆ ਪਿਨ ਡ੍ਰੌਪ ਸਾਇਲੈਂਸ ਹੋ ਗਈ ਸੀ। ਸਾਰੇ ਦੇਖਣ ਲੱਗ ਗਏ ਸੀ। ਤੇ ਜਸਟਿਸ ਜਸਜੀਤ ਸਿੰਘ ਬੇਦੀ, ਉਹ ਇਸ ਗੱਲ ਨੂੰ ਬਹੁਤ ਧਿਆਨ ਨਾਲ ਸੁਣ ਰਹੇ ਸੀ। ਇਸ ਦੌਰਾਨ ਪੰਜਾਬ ਪੁਲਿਸ ਦੇ ਜਾਂ ਅੰਮ੍ਰਿਤਸਰ ਪੁਲਿਸ ਦੇ ਜਿਹੜੇ ਕਮਿਸ਼ਨਰ ਪੁਲਿਸ ਦੇ ਉੱਥੇ IO ਨੇ, ਇਨਵੈਸਟੀਗੇਸ਼ਨ ਆਫਿਸਰ, ACP ਅਸਿਸਟੈਂਟ ਕਮਿਸ਼ਨਰ ਪੁਲਿਸ ਵੀ ਕਹਿ ਦਿੰਦੇ ਆ, DSP ਲੈਵਲ ਦੇ ਅਧਿਕਾਰੀ ਹੁੰਦੇ ਆ, ਕਮਲਪ੍ਰੀਤ ਸਿੰਘ ਮੰਡ, ਇਹ IO ਨੇ, ਇਹ ਵੀ ਉੱਥੇ ਮੌਜੂਦ ਸੀ। ਇਸੇ ਤਰ੍ਹਾਂ ਅੰਮ੍ਰਿਤਸਰ ਪੁਲਿਸ ਦੇ DCP, ਜਿਨ੍ਹਾਂ ਨੂੰ ਆਪਾਂ SP ਰੈਂਕ ਨਾਲ ਜਾਣਦੇ ਆ,
ਇਹ ਪ੍ਰਭਜੋਤ ਸਿੰਘ ਵਿਰਕ ਇਹ ਵੀ ਕੋਰਟ ਦੇ ਵਿੱਚ ਮੌਜੂਦ ਸੀ। ਇਹਨਾਂ ਦੋਨਾਂ ਨੇ ਵਿੱਚੋਂ ਕੁਝ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਜਿਸ ਤਰ੍ਹਾਂ ਹੀ ਜਸਟਿਸ ਜਗਜੀਤ ਸਿੰਘ ਬੇਦੀ ਨੇ ਇਹਨਾਂ ਵੱਲ ਧਿਆਨ ਨਾਲ ਦੇਖਿਆ, ਇਹ ਚੁੱਪ ਕਰਕੇ ਉੱਥੇ ਬਹਿ ਗਏ। ਯਾਨੀ ਕਿ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਆਈ। ਆਖਿਰਕਾਰ ਜਸਟਿਸ ਜਸਜੀਤ ਸਿੰਘ ਬੇਦੀ ਨੇ ਡੀਜੀਪੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇਹ ਗੱਲ ਕਹੀ, ਉਹਨਾਂ ਨੂੰ ਡਾਇਰੈਕਸ਼ਨ ਦਿੱਤੀ, ਉਹਨਾਂ ਨੂੰ ਤਾਕੀਦ ਕੀਤੀ ਕਿ ਇਸ ਮਾਮਲੇ ਦੀ ਪੂਰੀ ਚੰਗੀ ਤਰ੍ਹਾਂ ਜਾਂਚ ਕਰਵਾਈ ਜਾਵੇ, ਬਲਕਿ ਅੰਮ੍ਰਿਤਸਰ ਤੋਂ ਇਹ ਕੇਸ ਟ੍ਰਾਂਸਫਰ ਕਰਕੇ ਕਿਸੇ ਬਾਹਰਲੀ ਪੁਲਿਸ ਨੂੰ, ਯਾਨੀ ਕਿ ਕਿਸੇ ਹੋਰ ਜ਼ਿਲ੍ਹੇ ਦੀ ਪੁਲਿਸ ਦੇ ਅਫਸਰ ਲਾ ਕੇ ਉਹਨਾਂ ਤੋਂ ਇਸ ਦੀ ਤਫਤੀਸ਼ ਕਰਵਾਈ ਜਾਵੇ ਕਿ ਜਿਹੜੀਆਂ FIRs 2 FIRs ਹੋਈਆਂ ਸੀ, ਤੁਹਾਨੂੰ ਯਾਦ ਹੋਣਾ ਮੈਂ 109 ਨੰਬਰ ਤੇ 114 ਨੰਬਰ FIRs ਦੀ ਗੱਲ ਕਰ ਰਿਹਾ। ਇਹਨਾਂ ਦੋਨਾਂ FIRs ਦੀ ਤੇ ਬਾਅਦ ਦੇ ਵਿੱਚ ਜਿਹੜੀਆਂ ਇਹਨਾਂ ਦੇ ਵਿੱਚ ਧਾਰਾਵਾਂ ਜੋੜੀਆਂ ਗਈਆਂ ਨੇ, ਇਹਨਾਂ ਦੀ ਤਫਤੀਸ਼ ਕਿਸੇ ਬਾਹਰਲੀ ਪੁਲਿਸ ਤੋਂ ਕਰਵਾਈ ਜਾਵੇ। ਹੁਣ ਤੁਸੀਂ ਦੇਖੋ ਅੰਮ੍ਰਿਤਸਰ ਪੁਲਿਸ ਲਈ ਜਾਂ ਅੰਮ੍ਰਿਤਸਰ ਕਮਿਸ਼ਨਰੇਟ ਲਈ ਇਹ ਆਪਣੇ ਆਪ ਦੇ ਵਿੱਚ ਕਿੰਨੀ ਨਮੋਸ਼ੀ ਵਾਲੀ ਗੱਲ ਆ, ਕਿੰਨੀ ਸ਼ਰਮ ਵਾਲੀ ਗੱਲ ਆ ਕਿ ਤੁਹਾਡੇ ਤੇ ਕੋਰਟ ਨੂੰ ਵੀ ਭਰੋਸਾ ਨਹੀਂ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹੋ, ਜਦੋਂ ਤੁਸੀਂ ਕਿਸੇ ਪਰਿਵਾਰ ਦੇ ਪਿੱਛੇ ਪੈ ਜਾਂਦੇ ਹੋ। ਤੇ ਦੂਸਰੀ ਗੱਲ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਬੇਦੀ ਨੇ ਇਹ ਗੱਲ ਵੀ ਕਹੀ ਆ ਕਿ ਇਸ ਦੀ ਸਾਰੀ ਰਿਪੋਰਟ ਤਿਆਰ ਕਰਕੇ ਸਾਨੂੰ 18 ਸਤੰਬਰ ਤੱਕ ਹਾਈ ਕੋਰਟ ਨੂੰ ਦਿੱਤੀ ਜਾਵੇ, ਹੋਰ ਕਿਸੇ ਪਾਸੇ ਇਹ ਰਿਪੋਰਟ ਨਹੀਂ ਜਾਏਗੀ। ਇਹ ਗੱਲ ਵੀ ਉਹਨਾਂ ਨੇ ਬੜੇ ਧਿਆਨ ਦੇ ਨਾਲ ਇਹ ਗੱਲ ਕਹੀ ਆ, ਤਾਕੀਦ ਕੀਤੀ ਆ। ਤੇ ਹੁਣ ਤੁਸੀਂ ਦੇਖੋ ਕਿ ਅੰਮ੍ਰਿਤਸਰ ਪੁਲਿਸ ਕਿੱਥੇ ਖੜੀ ਆ। ਇਸ ਤੋਂ ਬਾਅਦ ਇਸੇ ਕੋਰਟ ਨੇ, ਯਾਨੀ ਕਿ ਜਸਟਿਸ ਬੇਦੀ ਨੇ ਆਪਣੇ ਕੋਰਟ ਆਰਡਰ ਦੇ ਵਿੱਚ ਇਹ ਵੀ ਲਿਖਿਆ ਕਿ ਜਿਹੜੇ ਪਟੀਸ਼ਨਰ ਨੇ, ਯਾਨੀ ਕਿ ਰਾਜਨਵੀਰ ਸਿੰਘ ਵੜੈਚ, ਉਹਨਾਂ ਦਾ ਭਰਾ, ਛੋਟੇ ਭਰਾ ਡਾਕਟਰ ਮਨਜੋਤ ਸਿੰਘ ਤੇ ਇਸੇ ਤਰ੍ਹਾਂ ਰਾਜਨਵੀਰ ਸਿੰਘ ਵੜੈਚ ਦੀ ਪਤਨੀ ਡਾਕਟਰ ਗੁਰਜੀਤ ਕੌਰ, ਇਹਨਾਂ ਨੂੰ ਵੀ ਤਫਤੀਸ਼ ਦੌਰਾਨ ਨਾਲ ਸ਼ਾਮਿਲ ਕੀਤਾ ਜਾਵੇ। ਇਹਨਾਂ ਦੇ ਵੀ ਬਿਆਨ ਲਏ ਜਾਣ ਕਿ ਇਹਨਾਂ ਦਾ ਕੀ ਕਹਿਣਾ ਇਹਨਾਂ FIRs ਦੇ ਵਿੱਚ। ਇਹ ਨਹੀਂ ਆ ਵੀ ਕੱਲੀ ਅੰਮ੍ਰਿਤਸਰ ਜਾਂ ਜਿਹੜੀ ਹੁਣ ਬਾਹਰਲੀ ਪੁਲਿਸ ਆ, ਕੋਈ SIT ਜਿਹੜੀ ਬਣੇਗੀ, ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਕੱਲੀ ਆਪਣੀ ਤਫਤੀਸ਼ ਕਰਕੇ ਤੇ ਆਪਣਾ ਪੱਖ ਹਾਈ ਕੋਰਟ ਦੇ ਅੱਗੇ ਰੱਖਦੇ, ਇਹ ਨਹੀਂ ਹੋਏਗਾ। ਇਸ ਕਰਕੇ ਕੋਰਟ ਨੇ ਸਪੈਸ਼ਲੀ ਹਦਾਇਤ ਕੀਤੀ ਆ, ਤਾਕੀਦ ਕੀਤੀ ਆ ਇਸ ਗੱਲ ਦੀ ਕਿ ਤੁਸੀਂ ਪਟੀਸ਼ਨਰਸ ਦਾ, ਯਾਨੀ ਕਿ ਇਸ ਪਰਿਵਾਰ ਦਾ ਵੀ ਪੱਖ ਸੁਣੋਗੇ ਤੇ ਉਹਨੂੰ ਵੀ ਇਸ ਰਿਪੋਰਟ ਦਾ ਹਿੱਸਾ ਬਣਾਓਗੇ। ਦੂਸਰੀ ਗੱਲ, ਅੱਜ 18 ਜੁਲਾਈ ਸੀ। ਅੱਜ 18 ਜੁਲਾਈ ਨੂੰ ਫਿਰ ਇੱਕ ਹੋਰ ਕੋਰਟ ਕੇਸ ਲੱਗਾ ਸੀ ਜਿਸ ਵਿੱਚ ਇਸ ਪਰਿਵਾਰ ਨੇ ਜ਼ਮਾਨਤ ਮੰਗੀ ਸੀ, ਜਦੋਂ ਇਸੇ ਅੰਮ੍ਰਿਤਸਰ ਦੀ ਪੁਲਿਸ ਨੇ 420 ਇੰਡੀਅਨ ਪੀਨਲ ਕੋਡ ਦੀ ਉਹ ਧਾਰਾ ਲਾਤੀ ਸੀ ਕਿ ਇਸ ਪਰਿਵਾਰ ਨੇ ਸਰਕਾਰ ਦੇ ਨਾਲ ਧੋਖਾ ਕੀਤਾ ਤੇ ਧੋਖਾ ਕਰਕੇ ਸਰਕਾਰ ਨੂੰ ਚੂਨਾ ਲਾਇਆ ਜਾਂ ਸਰਕਾਰ ਨੂੰ ਇੱਕ ਤਰ੍ਹਾਂ ਦਾ ਮਾਲੀ ਨੁਕਸਾਨ ਪਹੁੰਚਾਇਆ। ਇਸ ਦੇ ਵਿੱਚ ਵੀ ਇਸ ਪਰਿਵਾਰ ਨੂੰ ਬੇਲ ਮਿਲ ਗਈ ਆ, ਹੁਣ ਜ਼ਮਾਨਤ ਮਿਲ ਗਈ ਆ। ਇਹ ਤੁਸੀਂ ਦੇਖ ਸਕਦੇ, ਇਸ ਤੋਂ ਪਹਿਲਾਂ ਵੀ ਇਹਨਾਂ ਨੂੰ ਜ਼ਮਾਨਤ ਲੈਣੀ ਪਈ ਸੀ ਜਦੋਂ ਇਹਨਾਂ ਤੇ ਇੱਕ ਜੁਵੇਨਾਈਲ ਐਕਟ ਦੀ ਧਾਰਾ ਜੋੜ ਸੀ, ਧਾਰਾ 77 ਜੁਵੇਨਾਈਲ ਜਸਟਿਸ ਕੇਅਰ ਐਂਡ ਪ੍ਰੋਟੈਕਸ਼ਨ ਆਫ ਚਿਲਡਰਨ ਐਕਟ ਆ ਸਨ 2015 ਦਾ। ਇਹ ਐਕਟ ਇਸ ਰੈਸਟੋਰੈਂਟ ਤੇ ਲਾ ਦਿੱਤਾ ਸੀ, ਹੌਪਰਸ ਬਾਰ ਐਂਡ ਰੈਸਟੋਰੈਂਟ ਤੇ, ਔਰ ਕਿਹਾ ਸੀ ਕਿ ਇਹ ਰੈਸਟੋਰੈਂਟ 25 ਸਾਲਾਂ ਦੇ ਉਮਰ ਤੋਂ ਘੱਟ ਦੇ ਕੁੜੀਆਂ ਨੂੰ, ਮੁੰਡਿਆਂ ਨੂੰ, ਨੌਜਵਾਨਾਂ ਨੂੰ, ਉਹਨਾਂ ਨੂੰ ਇਹ ਸ਼ਰਾਬ ਸਰਵ ਕਰਦਾ, ਜਿਹੜੀ ਕਿ ਕਾਨੂੰਨੀ ਤੌਰ ਤੇ ਠੀਕ ਨਹੀਂ ਹੈ। ਇਹ ਪੁਲਿਸ ਦਾ ਦਾਅਵਾ ਸੀ, ਅੰਮ੍ਰਿਤਸਰ ਪੁਲਿਸ ਦਾ। ਤੇ ਦੂਸਰੀ ਗੱਲ ਉਹਦੇ ਵਿੱਚ ਇਹ ਕਹੀ ਗਈ ਸੀ ਕਿ ਜਿਹੜੇ ਇਹਨਾਂ ਦੇ ਇੰਪਲੋਇਜ਼ ਨੇ, ਇਹਨਾਂ ਦੇ ਕਰਿੰਦੇ ਨੇ, ਜਾਂ ਇਹਨਾਂ ਦਾ ਸਟਾਫ ਆ, ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੇ 25 ਸਾਲ ਦੀ ਉਮਰ ਤੋਂ ਘੱਟ ਆ ਜਿਹੜੇ ਕਿ ਸ਼ਰਾਬ ਨਹੀਂ ਵਰਤਾ ਸਕਦੇ ਜਾਂ ਸਰਵ ਨਹੀਂ ਕਰ ਸਕਦੇ। ਇਹ ਗੱਲ ਪੁਲਿਸ ਦੀ ਕਹੀ ਸੀ। ਇਸ ਦੇ ਵਿੱਚ ਵੀ ਇਹਨਾਂ ਨੂੰ ਇਸ ਤੋਂ ਪਹਿਲਾਂ 16 ਜੂਨ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੇਲ ਦੇ ਦਿੱਤੀ ਸੀ, ਅੰਤਰਿਮ ਜ਼ਮਾਨਤ ਮਿਲੀ ਹੋਈ ਆ। ਉਹਦੇ ਵਿੱਚ ਵੀ ਡਾਕਟਰ ਅਨਮੋਲ ਰਤਨ ਸਿੱਧੂ ਜਿਹੜੇ ਕਿ ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਨੇ, ਉਹ ਪੇਸ਼ ਹੋਏ ਸੀ। ਹੁਣ ਉਹਦੇ ਵਿੱਚ ਵੀ ਜ਼ਮਾਨਤ ਮਿਲੀ। ਤੇ ਜੇ ਮੈਂ ਤੁਹਾਨੂੰ ਇਹ ਗੱਲ ਦੱਸਾਂ ਕਿ ਇਸ ਟਾਈਮ ਇਸ ਪਰਿਵਾਰ ਨੂੰ ਭੱਜੇ ਹੋਏ ਕੁੱਲ 47 ਦਿਨ ਹੋ ਗਏ ਨੇ ਤੇ ਹੁਣ ਜਾ ਕੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਰਾਹਤ ਮਿਲੀ ਆ। ਤੇ ਜਦੋਂ ਮੇਰੀ ਇਸ ਪਰਿਵਾਰ ਨਾਲ ਗੱਲ ਹੋਈ ਤੇ ਉਹਨਾਂ ਨੇ ਦੱਸਿਆ ਕਿ ਇਸ ਦੌਰਾਨ ਤੁਸੀਂ ਦੇਖੋ ਸਾਨੂੰ ਲਗਾਤਾਰ ਘਰੋਂ ਬਾਹਰ ਰਹਿਣਾ ਪਿਆ ਤੇ ਸਾਡਾ ਕੇਵਲ ਤੇ ਕੇਵਲ ਲੋਅਰ ਕੋਰਟ ਦੇ ਵਿੱਚ, ਕਿਉਂਕਿ ਪਹਿਲਾਂ ਇਹਨਾਂ ਨੂੰ ਨਿਚਲੀ ਅਦਾਲਤ ਦੇ ਵਿੱਚ ਜਾਣਾ ਪਿਆ ਸੀ, ਉੱਥੋਂ ਇਹਨਾਂ ਨੂੰ ਜ਼ਮਾਨਤ ਲਈ ਅਪਲਾਈ ਕਰਨਾ ਸੀ, ਬਾਅਦ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਆਉਂਦੇ ਨੇ।
ਇਸ ਦੌਰਾਨ ਇਹਨਾਂ ਦਾ ਘੱਟੋ ਘੱਟ 16 ਲੱਖ ਰੁਪਇਆ ਖਰਚ ਹੋ ਚੁੱਕਾ। ਔਰ ਤੁਹਾਨੂੰ ਮੈਂ ਇੱਥੇ ਇਹ ਵੀ ਦੱਸਦਾ ਕਿ ਕੇਸ ਹਜੇ ਖਤਮ ਨਹੀਂ ਹੋਏ, ਹਜੇ ਵੀ ਇਸ ਪਰਿਵਾਰ ਨੂੰ ਪੂਰੀ ਲੜਾਈ ਲੜਨੀ ਪੈ ਰਹੀ ਆ। ਇਸ ਤੋਂ ਇਲਾਵਾ ਇਹਨਾਂ ਦਿਨਾਂ ਦੇ ਦੌਰਾਨ ਜਿਹੜੀ ਇਹਨਾਂ ਦੀ ਸੇਲ ਸੀ ਉਹ ਘੱਟੋ ਘੱਟ 80 ਲੱਖ ਦੀ ਸੇਲ ਇਹਨਾਂ ਦੀ ਪ੍ਰਭਾਵਿਤ ਹੋਈ ਆ। ਖਰਚੇ ਖੁਰਚੇ ਤਾਂ ਜਿਹੜੇ ਹੋਰ ਆ ਉਹ ਤਾਂ ਅਲੱਗ ਆ। ਇਸ ਤੋਂ ਇਲਾਵਾ ਇਹੀ ਅੰਮ੍ਰਿਤਸਰ ਦੀ ਪੁਲਿਸ, ਅੰਮ੍ਰਿਤਸਰ ਦੀ ਕਮਿਸ਼ਨਰੇਟ ਪੁਲਿਸ ਨੇ ਇਹਨਾਂ ਦੀਆਂ ਸ਼ਰਾਬ ਦਾ ਜਿਹੜਾ ਸਟਾਕ ਸੀ ਉਹ ਆਪਣੇ ਨਾਲ ਲੈ ਗਏ। ਘੱਟੋ ਘੱਟ 1200 ਬੋਤਲਾਂ ਅੱਜ ਵੀ ਉਹਨਾਂ ਦਾ ਸਟਾਕ ਆ ਜਿਹੜਾ ਉਹ ਪੰਜਾਬ ਪੁਲਿਸ ਜਾਂ ਅੰਮ੍ਰਿਤਸਰ ਪੁਲਿਸ ਕੋਲੇ ਪਿਆ ਹੋਇਆ, ਜਿਹੜਾ ਕਿ ਇਹਨਾਂ ਦੇ ਅਨੁਸਾਰ, ਪਰਿਵਾਰ ਦੇ ਅਨੁਸਾਰ 10 ਤੋਂ 12 ਲੱਖ ਦਾ। ਇਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਰੈਸਟੋਰੈਂਟ ਚਲਾ ਰਹੇ ਨੇ, ਲੋਨ ਲੈ ਕੇ ਚਲਾ ਰਹੇ ਨੇ, ਉਸ ਦੀਆਂ 2 ਕਿਸ਼ਤਾਂ ਟੁੱਟ ਚੁੱਕੀਆਂ ਨੇ। 5-5 ਲੱਖ ਦੀਆਂ ਜਿਹੜੀਆਂ ਮਹੀਨੇ ਦੀਆਂ ਕਿਸ਼ਤਾਂ ਆਉਂਦੀਆਂ ਨੇ। ਤੁਸੀਂ ਆਪ ਦੱਸੋ ਕਿ ਅੰਮ੍ਰਿਤਸਰ ਦੀ ਕਮਿਸ਼ਨਰੇਟ ਪੁਲਿਸ ਜਿਹੜੀ ਇਸ ਵਕਤ ਉੱਥੋਂ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਨਿਹਾਲ ਸਿੰਘ ਦੇ ਅਧੀਨ ਚੱਲ ਰਹੀ ਆ, ਕਿ ਇਹ ਲੋਕਾਂ ਦੇ ਬਿਜ਼ਨਸ ਤਬਾਹ ਕਰਨਾ ਚਾਹੁੰਦੀ ਆ। 5 ਵਾਰੀ ਪੰਜਾਬ ਤੇ ਐਕਸਾਈਜ਼ ਟੈਕਸੇਸ਼ਨ ਮਹਿਕਮੇ ਨੂੰ ਇਹ ਲਿਖ ਚੁੱਕੇ ਆ ਅੰਮ੍ਰਿਤਸਰ ਦੀ ਕਮਿਸ਼ਨਰੇਟ ਪੁਲਿਸ ਕਿ ਇਸ ਪਰਿਵਾਰ ਦਾ ਲਾਇਸੈਂਸ ਰੱਦ ਕੀਤਾ ਜਾਵੇ। ਤੁਸੀਂ ਦੇਖੋ ਇਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਹੈ, ਲੇਕਿਨ ਬਾਰ-ਬਾਰ ਮੰਗ ਕਰ ਰਹੇ ਨੇ, ਜਦ ਕਿ ਐਕਸਾਈਜ਼ ਐਂਡ ਟੈਕਸੇਸ਼ਨ ਮਹਿਕਮਾ, ਪੰਜਾਬ ਦਾ ਐਕਸਾਈਜ਼ ਮਹਿਕਮਾ ਇਹਨਾਂ ਨੂੰ ਲਗਾਤਾਰ ਲਿਖ ਚੁੱਕਾ ਕਿ ਇਹਨਾਂ ਦਾ ਇਹੋ ਜਿਹਾ ਕੋਈ ਜੁਰਮ ਨਹੀਂ ਬਣਦਾ ਜਿਸ ਕਰਕੇ ਇਹਨਾਂ ਦਾ ਬਾਰ ਦਾ ਲਾਇਸੈਂਸ ਰੱਦ ਕੀਤਾ ਜਾਵੇ। ਹੁਣ ਤੁਹਾਨੂੰ ਮੈਂ ਇਹ ਦੱਸਦਾ ਕਿ ਜਦੋਂ ਇਹਨਾਂ ਨੇ ਐਕਸਾਈਜ਼ ਐਕਟ ਦੇ ਅਧੀਨ ਇਸ ਪਰਿਵਾਰ ਤੇ ਕੇਸ ਕੀਤਾ ਸੀ, ਬਾਕੀ ਛੋਟੀਆਂ-ਛੋਟੀਆਂ ਗੱਲਾਂ ਤਾਂ ਮੈਂ ਤੁਹਾਨੂੰ ਦੱਸ ਹੀ ਦਿੱਤੀਆਂ ਜਿਹੜੀਆਂ ਕਿ ਬਾਅਦ ਦੇ ਵਿੱਚ ਸੱਚ ਸਾਬਤ ਨਹੀਂ ਹੋਈਆਂ। ਇੱਕ ਵਾਰੀ ਤਾਂ ਇਹਨਾਂ ਨੇ ਇਹ ਵੀ ਲਿਖਿਆ ਕਿ ਦੇਖੋ ਜਿਹੜੀਆਂ ਇਹ ਬਾਰ ਦੇ ਵਿੱਚ ਆਪਣੀਆਂ ਬੋਤਲਾਂ ਜਾਂ ਸ਼ਰਾਬ ਬਾਰ ਦੇ ਵਿੱਚ ਡਿਸਪਲੇ ਕਰਦੇ ਆ, ਇਹਨਾਂ ਨੇ ਸ਼ੀਸ਼ਿਆਂ ਪਿੱਛੇ ਰੱਖੀਆਂ ਹੋਈਆਂ ਸੀ, ਉੱਥੇ ਇਹਨਾਂ ਨੇ ਲਾਈਟਸ ਲਾ ਰੱਖੀਆਂ ਸੀ। ਕਿ ਅੰਮ੍ਰਿਤਸਰ ਪੁਲਿਸ ਦਾ ਇਹ ਸਾਰਾ ਕੰਮ ਰਹਿ ਗਿਆ? ਸਾਰੇ ਦਾ ਸਾਰਾ ਕਮਿਸ਼ਨਰੇਟ ਇਸੇ ਕੰਮ ਤੇ ਲੱਗਾ ਹੋਇਆ ਸੀ। ਹੁਣ ਕਿੱਡੀ ਵੱਡੀ ਇੱਕ ਤਰ੍ਹਾਂ ਦੀ ਇਹਨਾਂ ਲਈ ਸ਼ਰਮ ਦੀ ਗੱਲ ਬਣੀ ਆ ਕਿ ਇਹਨਾਂ ਨੂੰ ਜਿਸ ਤਰ੍ਹਾਂ ਦੀ ਉਮੀਦ ਸੀ ਕਿ ਹਾਈ ਕੋਰਟ ਤੋਂ ਜਾਂ ਕੋਰਟਸ ਤੋਂ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਮਿਲੂਗੀ, ਅੰਮ੍ਰਿਤਸਰ ਪੁਲਿਸ ਨੂੰ ਤਾਂ ਨਹੀਂ ਮਿਲੀ, ਬਲਕਿ ਇਹਨਾਂ ਤੋਂ ਤਾਂ ਕੇਸ ਵੀ ਖੋਲਿਆ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਹੋਰ ਵੀ ਅੱਗੇ ਲੈ ਕੇ ਚੱਲਦਾ, ਕਿਉਂਕਿ ਇਹ ਕੇਸ ਡਿਟੇਲ ਦੇ ਵਿੱਚ ਦੱਸਣਾ ਇਸ ਕਰਕੇ ਜ਼ਰੂਰੀ ਆ ਕਿ ਇਹ ਇੱਕ ਪੂਰੀ ਪੰਜਾਬ ਪੁਲਿਸ ਲਈ ਨਜ਼ੀਰ ਬਣਨੀ ਚਾਹੀਦੀ ਹੈ, ਇੱਕ ਉਦਾਹਰਨ ਬਣਨੀ ਚਾਹੀਦੀ ਆ ਕਿ ਜਦੋਂ ਤੁਸੀਂ ਆਪਣੇ ਹਉਮੈ ਨੂੰ ਪੁਗਾਉਣ ਲਈ, ਆਪਣੇ ਘਮੰਡ ਨੂੰ ਪੁਗਾਉਣ ਲਈ ਕਿਸੇ ਵਿਅਕਤੀ ਨੂੰ ਜਾਂ ਕਿਸੇ ਪਰਿਵਾਰ ਨੂੰ ਇੰਨਾ ਤੰਗ ਕਰਨ ਲੱਗ ਜਾਂਦੇ ਹੋ ਤੇ ਫਿਰ ਕਈ ਵਾਰੀ ਪਰਿਵਾਰ ਵੀ ਖੜੇ ਹੋ ਜਾਂਦੇ ਨੇ। ਹੁਣ ਤੁਸੀਂ ਦੇਖੋ ਇਹਨਾਂ ਨੇ ਐਕਸਾਈਜ਼ ਦੇ ਮਹਿਕਮੇ ਦੇ ਵਿੱਚ ਜਾ ਕੇ ਉੱਥੋਂ ਲਗਾਤਾਰ ਇਹ ਕੋਸ਼ਿਸ਼ ਕੀਤੀ ਕਿ ਸਾਨੂੰ ਇਸ ਪਰਿਵਾਰ ਦੀਆਂ GST ਦੀਆਂ ਤੇ ਵੈਟ ਦੀਆਂ ਰਿਟਰਨਸ ਵੀ ਦਿੱਤੀਆਂ ਜਾਣ। ਜਦ ਕਿ ਮੈਂ ਤੁਹਾਨੂੰ ਪਿਛਲੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਇਹਨਾਂ ਨੇ ਆਪਣਾ ਵੈਟ, ਇਹਨਾਂ ਨੇ ਆਪਣੀ GST ਸਾਰੀ ਭਰੀ ਹੋਈ ਆ। ਇਸ ਦੇ ਬਾਵਜੂਦ ਵੀ ਅੰਮ੍ਰਿਤਸਰ ਪੁਲਿਸ ਨੂੰ ਚੈਨ ਨਹੀਂ ਆਈ। ਜਦੋਂ ਐਕਸਾਈਜ਼ ਮਹਿਕਮੇ ਨੇ ਮਨਾ ਕਰਤਾ ਕਿ ਪਹਿਲਾਂ ਸਾਨੂੰ ਇਹ ਦੱਸੋ ਕਿ ਕੀ ਇਹਨਾਂ ਦੇ ਖਿਲਾਫ ਤੁਹਾਡੇ ਕੋਲ ਕੋਈ ਸਬੂਤ ਹੈ ਕਿ ਇਹਨਾਂ ਨੇ ਵੈਟ ਦੀ, ਵੈਲਿਊ ਐਡਿਡ ਟੈਕਸ ਦੀ ਜਾਂ GST ਦੀ, ਗੁੱਡਸ ਐਂਡ ਸਰਵਿਸਿਜ਼ ਟੈਕਸ ਦੀ ਕਿਸੇ ਤਰ੍ਹਾਂ ਦੀ ਕੋਈ ਅਵੱਗਿਆ ਕੀਤੀ ਆ, ਕੋਈ ਉਲੰਘਣਾ ਕੀਤੀ ਆ, ਤੇ ਅੰਮ੍ਰਿਤਸਰ ਦੀ ਜਿਹੜੀ ਪੁਲਿਸ ਸੀ ਉਹ ਬਿਲਕੁਲ ਚੁੱਪ ਕਰ ਗਈ ਕਿਉਂਕਿ ਕੋਈ ਕਿਸੇ ਤਰ੍ਹਾਂ ਦਾ ਕੋਈ ਸਬੂਤ ਹੀ ਨਹੀਂ ਸੀ। ਫਿਰ ਇਹਨਾਂ ਨੇ ਕੀ ਕੀਤਾ, ਤੁਸੀਂ ਦੇਖੋ ਇਹ ਕਿਸ ਹੱਦ ਤੱਕ ਚਲੇ ਜਾਂਦੇ ਨੇ। ਇਹ ਚਲੇ ਗਏ ਇਸ ਪਰਿਵਾਰ ਦੇ ਜਿਹੜਾ ਹੌਪਰਸ ਬਾਰ ਐਂਡ ਰੈਸਟੋਰੈਂਟ ਦਾ CA ਸੀ, ਚਾਰਟਰਡ ਅਕਾਊਂਟੈਂਟ ਸੀ, ਜਿਹਦਾ ਨਾਂ ਸੀ ਭਵੇਸ਼ ਮਹਾਜਨ। ਭਵੇਸ਼ ਮਹਾਜਨ ਕੋਲੇ ਚਲੇ ਜਾਂਦੇ ਨੇ, ਉਹਨੂੰ ਡਰਾਉਂਦੇ ਧਮਕਾਉਂਦੇ ਨੇ ਔਰ ਉਸ ਤੋਂ ਜ਼ਬਰਦਸਤੀ ਇਹ ਜਿਹੜਾ ਕਮਲਪ੍ਰੀਤ ਸਿੰਘ ਮੰਡ ਆ, IO ਆ, ਇਹ ਉਹਦੇ ਕੋਲ ਜਾ ਕੇ ਬਹਿ ਜਾਂਦਾ CA ਕੋਲੇ। CA ਕਹਿੰਦਾ ਜੀ ਮੈਨੂੰ ਹਜੇ ਤੱਕ ਮੇਰੇ ਓਨਰਸ ਨੇ, ਮੇਰੇ ਮਾਲਿਕ ਨੇ, ਜਿਨ੍ਹਾਂ ਨੇ ਮੈਨੂੰ ਇੰਗੇਜ ਕੀਤਾ, ਉਹਨਾਂ ਨੇ ਤਾਂ ਮੈਨੂੰ ਕਿਹਾ ਨਹੀਂ ਹਜੇ ਤੱਕ ਕਿ ਤੁਹਾਨੂੰ ਮੈਂ ਇਹ ਰਿਟਰਨਸ ਦੇਵਾਂ। ਪਰ ਇਹ ਬਹਿ ਕੇ ਕਹਿੰਦੇ ਜੇ ਨਾ ਗਿਆ ਤੇ ਫਿਰ ਤੈਨੂੰ ਅੰਮ੍ਰਿਤਸਰ ਦੇ CP ਕਮਿਸ਼ਨਰ ਪੁਲਿਸ ਯਾਨੀ ਕਿ ADGP ਨਿਹਾਲ ਸਿੰਘ ਕੋਲੇ ਸਾਹਮਣੇ ਪੇਸ਼ ਹੋਣਾ ਪਊਗਾ। ਡਰਾਵਾ ਦੇਖੋ ਕਿੱਦਾਂ ਦੇ ਰਹੇ ਨੇ। ਉਸ ਤੋਂ ਬਾਅਦ ਉਸ ਵਿਅਕਤੀ ਨੇ, ਭਵੇਸ਼ ਮਹਾਜਨ ਨੇ, ਡਰਦੇ ਡਰਦੇ ਇਹਨਾਂ ਨੂੰ ਸਾਰੀਆਂ ਰਿਟਰਨਸ ਦੇ ਦਿੱਤੀਆਂ। ਔਰ ਇਸ ਦੇ ਬਾਵਜੂਦ ਤੁਸੀਂ ਇੱਕ ਚੀਜ਼ ਹੋਰ ਦੇਖੋ, ਇਹਨਾਂ ਤੇ 420 ਦਾ ਪਰਚਾ ਕੀਤਾ ਕਿਉਂ ਗਿਆ ਸੀ? ਇਹ ਗੱਲ ਵੀ ਬੜੀ ਇੰਟਰਸਟਿੰਗ ਆ, ਦਿਲਚਸਪ ਆ, ਤੁਹਾਨੂੰ ਜ਼ਰੂਰ ਸੁਣਨੀ ਚਾਹੀਦੀ ਆ। ਕਹਿੰਦੇ ਇੱਕ ਕੰਪਨੀ ਆ ਜਿਹਨੂੰ RPB ਵਾਈਨਸ ਕਹਿੰਦੇ ਨੇ, ਮੈਸਰਸ RPB ਵਾਈਨਸ। ਇਸ ਤੋਂ ਇਸ ਪਰਿਵਾਰ ਨੇ ਯਾਨੀ ਕਿ ਹੌਪਰਸ ਬਾਰ ਐਂਡ ਰੈਸਟੋਰੈਂਟ ਨੇ ਸ਼ਰਾਬ ਲੈ ਲਈ, ਪਰ ਇਹਨਾਂ ਨੇ ਬਗੈਰ ਕਿਸੇ ਸਬੂਤ ਤੋਂ, ਬਗੈਰ ਕਿਸੇ ਬਿੱਲ ਤੋਂ ਲੈ ਲਈ।
ਇਹ ਇਲਜ਼ਾਮ ਕਿਹਦਾ ਸੀ? ਪੁਲਿਸ ਦਾ, ਅੰਮ੍ਰਿਤਸਰ ਦੀ ਪੁਲਿਸ ਦਾ, ਜਿਸ ਕਰਕੇ ਇਹਨਾਂ ਦੇ ਧਾਰਾ 420 ਲਾਈ ਗਈ ਸੀ। ਹੁਣ ਤੁਸੀਂ ਦੇਖੋ, ਜਦੋਂ ਐਕਸਾਈਜ਼ ਮਹਿਕਮੇ ਨੇ ਆਪਣੇ ਤੌਰ ਤੇ ਇਹਦੀ ਤਹਿਕੀਕਾਤ ਕੀਤੀ ਤੇ ਪਤਾ ਲੱਗਾ ਕਿ 9 ਅਪ੍ਰੈਲ ਨੂੰ ਹੌਪਰਸ ਬਾਰ ਐਂਡ ਰੈਸਟੋਰੈਂਟ ਨੇ ਉਹ ਸ਼ਰਾਬ ਚੱਕੀ ਸੀ। 20 ਪੇਟੀਆਂ ਜਿਹੜੀਆਂ ਸੀ ਉਹ ਬੀਅਰ ਦੀਆਂ ਸੀ, ਸਿੰਬਾ ਬੀਅਰ ਦੀਆਂ, 4 ਪੇਟੀਆਂ ਸੀ ਕਰੋਨਾ ਬੀਅਰ ਦੀਆਂ ਤੇ 1 ਪੇਟੀ ਸੀ ਬਲੈਂਡਰ ਸਪਰਾਈਟ ਦੀ। ਤੇ ਇਸ ਦੇ ਬਾਵਜੂਦ ਵੀ ਇਹਨਾਂ ਨੂੰ ਲੱਗਾ ਕਿ ਆਰਪੀਵੀ ਵਾਈਨਸ ਨੇ ਇਹਨਾਂ ਨੂੰ ਇਸ ਤਰ੍ਹਾਂ ਹੀ ਚੁਕਾਤੀ ਆ, ਕੋਈ ਬਿੱਲ ਨਹੀਂ ਦਿੱਤਾ ਤੇ ਧੋਖਾਧੜੀ ਕਰ ਰਹੇ ਆ। ਬਾਅਦ ਦੇ ਵਿੱਚ ਜਦੋਂ ਹੋਰ ਰਿਕਾਰਡ ਜਿਹੜਾ ਉਹ ਖੰਗਾਲਿਆ ਗਿਆ, ਫਰੋਲਿਆ ਗਿਆ ਤੇ ਫਿਰ ਪਤਾ ਲੱਗਾ ਕਿ 18 ਅਪ੍ਰੈਲ ਨੂੰ ਇਹਨਾਂ ਨੇ 69,000 ਤੇ 600 ਰੁਪਈਆ ਵੀ ਅਦਾ ਕੀਤਾ ਸੀ, ਜਿਹੜਾ ਕਿ ਆਰਪੀਵੀ ਵਾਈਨਸ ਦਾ ਇੱਕ ਸ਼ਾਪ ਆ, ਉਹਨਾਂ ਦੀ ਇੱਕ ਮਾਰਕੀਟ ਆ ਵਿਸ਼ਾਲ ਮੈਗਾ ਮਾਰਟ, ਉਹਦੇ ਵਿੱਚ ਜਿਹੜਾ ਸਟਾਕ ਰਜਿਸਟਰ ਆ ਉਹਦੇ ਵਿੱਚ ਦਰਜ ਆ। ਤੇ ਹੁਣ ਅੰਮ੍ਰਿਤਸਰ ਪੁਲਿਸ ਨੂੰ ਕੀ ਗੱਲ ਇਹ ਪਤਾ ਨਹੀਂ ਲੱਗੀ ਜਦੋਂ ਗੱਲ ਇਹਨਾਂ ਦੇ ਧਿਆਨ ਦੇ ਵਿੱਚ ਲੈ ਕੇ ਆਂਦੀ? ਤੇ ਫਿਰ ਕੀ ਇਹਨਾਂ ਨੇ ਇਹ ਜਿਹੜਾ ਫੈਕਟ ਆ, ਕੀ ਇਹਨਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਗੱਲ ਦੱਸੀ ਆ ਕਿ ਹੁਣ ਸਾਨੂੰ ਪਤਾ ਲੱਗ ਗਿਆ? ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਗਲਤੀ ਨਹੀਂ ਕੀਤੀ ਜਾਂ ਕੋਈ ਚੂਨਾ ਨਹੀਂ ਲਾਇਆ ਜਾਂ ਸਰਕਾਰ ਨੂੰ ਕਿਸੇ ਤਰ੍ਹਾਂ ਦਾ ਮਾਲੀਏ ਨੂੰ ਧੋਖਾਧੜੀ ਨਹੀਂ ਕੀਤੀ। ਲੇਕਿਨ ਇਹ ਗੱਲ ਤਾਂ ਇਹਨਾਂ ਨੇ ਦੱਸਣੀ ਨਹੀਂ, ਕਿਉਂਕਿ ਇਹ ਐਕਸਪੋਜ਼ ਹੋ ਚੁੱਕੇ ਨੇ ਤੇ ਕੇਵਲ ਇਹਨਾਂ ਨੇ ਆਪਣੀ ਜਿਹੜੀ ਆ ਉਹ ਹਉਮੈ ਪਗਾਉਣੀ ਆ। ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ, ਇਹ ਗੱਲ ਤਾਂ ਸਾਰਿਆਂ ਦੇ ਸਾਹਮਣੇ ਆ ਗਈ, ਬਲਕਿ ਆਰਪੀਵੀ ਵਾਈਨਸ ਨੇ ਐਕਸਾਈਜ਼ ਮਹਿਕਮੇ ਨੂੰ ਇਹ ਵੀ ਲਿਖ ਕੇ ਦੇਤਾ, ਕਹਿੰਦੇ ਅਸੀਂ ਹੌਪਰਸ ਵਾਈਨ ਐਂਡ ਰੈਸਟੋਰੈਂਟ, ਜਿਹੜਾ ਹੌਪਰ ਜਿਹੜਾ ਬਾਰ ਐਂਡ ਰੈਸਟੋਰੈਂਟ ਆ, ਇਹਦੇ ਖਿਲਾਫ ਕਿਸੇ ਤਰ੍ਹਾਂ ਦੀ ਅਸੀਂ ਕੋਈ ਸਟੇਟਮੈਂਟ ਨਹੀਂ ਦਿੱਤੀ ਤੇ ਸਾਨੂੰ ਤਾਂ ਲਗਾਤਾਰ ਜਿਹੜੇ ਕਮਲਪ੍ਰੀਤ ਸਿੰਘ ਮੰਡ ਸੀ ਉਹ ਸਾਨੂੰ ਇਸ ਗੱਲ ਦੀ ਤਹਿਕੀਕਾਤ ਕਰ ਰਹੇ ਸੀ। ਇਸ ਤੋਂ ਇਲਾਵਾ ਤੁਸੀਂ ਇੱਕ ਚੀਜ਼ ਹੋਰ ਦੇਖੋ ਕਿ ਜਿਹੜਾ 1200 ਬੋਤਲਾਂ ਦਾ ਸਟਾਕ ਅੰਮ੍ਰਿਤਸਰ ਦੀ ਪੁਲਿਸ ਆ ਕੇ ਲੈ ਗਈ ਸੀ, ਉਸ ਦਾ ਜਿਹੜਾ ਸਟਾਕ ਰਜਿਸਟਰ ਸੀ ਉਹ ਵੀ ਅੰਮ੍ਰਿਤਸਰ ਪੁਲਿਸ ਹੀ ਚੱਕ ਕੇ ਲੈ ਗਈ ਸੀ। ਉਸ ਬਾਰੇ ਅੱਜ ਤੱਕ ਨਹੀਂ ਇਹ ਮੰਨ ਰਹੇ। ਕੀ ਕੋਈ ਇਹਦੀ ਤਫਤੀਸ਼ ਕਰੂਗਾ? ਇਸ ਤੋਂ ਇਲਾਵਾ ਤੁਸੀਂ ਦੇਖੋ, ਜਿਹੜੀਆਂ ਤਮਾਮ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਇਹ ਤਫਤੀਸ਼ਾਂ ਕੀਤੀਆਂ, ਘੱਟੋ ਘੱਟ ਮੈਨੂੰ ਲੱਗਦਾ ਜਿਹੜੀ ਨਵੀਂ SIT ਬਣੀ ਆ ਉਹ ਇਸ ਗੱਲ ਨੂੰ ਉਜਾਗਰ ਕਰੇਗੀ। ਵੈਸੇ ਇੱਥੇ ਮੈਂ ਜਿਹੜੇ ਹੋਮ ਸੈਕਟਰੀ ਨੇ ਅਨੁਰਾਗ ਵਰਮਾ ਹੋਣ ਜਾਂ ਪੰਜਾਬ ਦੇ DGP ਗੌਰਵ ਯਾਦਵ, ਇਹਨਾਂ ਦਾ ਵੀ ਇਸ ਮਾਮਲੇ ਨੂੰ ਇੱਥੇ ਤੱਕ ਲਿਜਾਣ ਦਾ ਪੂਰਾ ਯੋਗਦਾਨ ਆ। ਇਹਨਾਂ ਨੂੰ ਇਸ ਮਾਮਲੇ ਤੋਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਦਾ ਕੋਈ ਰੋਲ ਨਹੀਂ ਆ। ਬਤੌਰ ਹੋਮ ਸੈਕਟਰੀ ਅਨੁਰਾਗ ਵਰਮਾ, ਹੁਣ ਤਾਂ ਉਹ ਚੀਫ ਸੈਕਟਰੀ ਬਣ ਗਏ, ਕਿ ਇਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਜਦੋਂ ਇਹਨਾਂ ਨੂੰ ਇਸ ਮਾਮਲੇ ਦਾ ਪਤਾ ਲੱਗਦਾ ਤੇ ਘੱਟੋ ਘੱਟ ਇਸੇ ADGP ਨੂੰ ਨੌ ਨਿਹਾਲ ਸਿੰਘ ਨੂੰ ਤਲਬ ਕਰਦੇ ਜਾਂ ਘੱਟੋ ਘੱਟ DGP ਨੂੰ ਹਦਾਇਤ ਕਰਦੇ, ਗੌਰਵ ਯਾਦਵ ਨੂੰ ਹਦਾਇਤ ਕਰਦੇ ਕਿ ਇਹ ਜਿਹੜਾ ਤੇਰਾ ਅਫਸਰ ਤੂੰ ਲਾਇਆ ਉੱਥੇ, ਇਹ ਇਸ ਤਰ੍ਹਾਂ ਦੀਆਂ ਹਰਕਤਾਂ ਕਿਉਂ ਕਰ ਰਿਹਾ? ਪੰਜਾਬ ਦੇ ਵਿੱਚ ਲੋਕਾਂ ਨੇ ਬਿਜ਼ਨਸ ਚਲਾਉਣੇ ਆ ਕਿ ਬਿਜ਼ਨਸ ਤੁਸੀਂ ਬੰਦ ਕਰਨੇ ਆ? ਤੁਸੀਂ ਉਹ ਗੱਲ ਭੁੱਲ ਗਏ ਜਦੋਂ ਇੱਕ NRI ਦੀ ਮੈਰਿਜ ਦੇ ਵਿੱਚ, ਇੱਕ ਵਿਆਹ ਦੇ ਵਿੱਚ, ਜਿਹੜੇ ਅਰੁਣਪਾਲ ਸਿੰਘ ਇਸ ਤੋਂ ਪਹਿਲਾਂ ਦੇ ਕਮਿਸ਼ਨਰ ਸੀ, ਨੌ ਨਿਹਾਲ ਸਿੰਘ ਤੋਂ ਪਹਿਲਾਂ, ਕਿਸ ਤਰ੍ਹਾਂ ਇਹਨਾਂ ਦੀ ਪੁਲਿਸ ਨੇ ਜਾ ਕੇ ਉੱਥੇ ਹੁੜਦੰਗ ਮਚਾਇਆ ਸੀ। ਬਾਅਦ ਦੇ ਵਿੱਚ ਕੁਲਦੀਪ ਸਿੰਘ ਢਾਲੀਵਾਲ ਜਿਹੜੇ ਮੰਤਰੀ ਨੇ ਆਮ ਆਦਮੀ ਪਾਰਟੀ ਦੇ, ਇਹਨਾਂ ਨੂੰ ਉਸ ਪਰਿਵਾਰ ਤੋਂ ਜਾ ਕੇ ਮਾਫੀਆਂ ਮੰਗਣੀਆਂ ਪਈਆਂ ਸੀ ਕਿ ਅਸੀਂ ਇਸ ਤਰ੍ਹਾਂ ਦਾ ਕੰਮ ਅੱਗੇ ਤੋਂ ਨਹੀਂ ਕਰਾਂਗਾ, ਕਿਉਂਕਿ ਨਾਨ ਰੈਜ਼ੀਡੈਂਟ ਇੰਡੀਅਨ ਪਰਿਵਾਰਾਂ ਨੇ ਇੱਥੋਂ ਤੱਕ ਆਪਣਾ ਮਨ ਬਣਾ ਲਿਆ ਸੀ ਕਿ ਉਹ ਪੰਜਾਬ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੈਰਿਜ ਜਾਂ ਵਿਆਹ ਕਰਨ ਤੋਂ ਬਿਲਕੁਲ ਕਦੇ ਨਹੀਂ ਆਉਣਗੇ। ਇੱਥੇ ਉਹਨਾਂ ਨੇ ਮਨਾ ਕਰਤਾ ਸੀ ਕਿ ਅਸੀਂ ਇੱਥੇ ਨਹੀਂ ਆਉਣਾ। ਇਹ ਤਾਂ ਬਾਅਦ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਦੇ ਵਿੱਚ ਆਪਣੇ ਮੰਤਰੀ ਭੇਜੇ, ਉਹਨਾਂ ਨੇ ਸਾਰਿਆਂ ਨੂੰ ਮਨਾਇਆ ਕਿ ਅਸੀਂ ਕਾਰਵਾਈ ਕਰਾਂਗੇ। ਸੋ ਇਸੇ ਤਰ੍ਹਾਂ ਦੀ ਕਾਰਵਾਈ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੀ ਪੁਲਿਸ, ADGP ਨੌ ਨਿਹਾਲ ਸਿੰਘ ਔਰ ਸਾਰੀ ਦੀ ਸਾਰੀ ਪੁਲਿਸ ਦੇਖੋ ਇਸੇ ਕੰਮ ਪਿੱਛੇ ਪਈ ਹੋਈ ਆ। ਇਹਨਾਂ ਦੀ SHO ਆ ਅਮਨਜੋਤ ਕੌਰ, ਉਹ ਹੋਵੇ, ਇਹਨਾਂ ਦਾ DSP ਜਿਹਨੂੰ ਅਸੀਂ ACP ਕਹਿ ਦਿੰਦੇ ਆ ਕਿਉਂਕਿ ਕਮਿਸ਼ਨਰ ਸਿਸਟਮ ਆ, ਵਰਿੰਦਰ ਸਿੰਘ ਖੋਸਾ ਹੋਵੇ, ਇਸੇ ਤਰ੍ਹਾਂ ACP ਕਮਲਪ੍ਰੀਤ ਸਿੰਘ ਮੰਡ ਹੋਵੇ, ਇਹ ਵੀ DSP ਲੈਵਲ ਦਾ ਅਧਿਕਾਰੀ ਆ, SP ਲੈਵਲ ਦਾ ਜਾਂ DCP ਲੈਵਲ ਦਾ ਅਧਿਕਾਰੀ ਆ, ਪ੍ਰਭਜੋਤ ਸਿੰਘ ਵਿਰਕ ਹੋਵੇ, ਤੇ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰੇਟ ਜਿਨ੍ਹਾਂ ਨੂੰ ਅਸੀਂ ਕਮਿਸ਼ਨਰ ਕਹਿੰਦੇ ਆ, CP ਕਹਿ ਦਿੰਦੇ ਆ, ਇਹ ਨੌ ਨਿਹਾਲ ਸਿੰਘ ਹੁਣ ADGP ਨੌ ਨਿਹਾਲ ਸਿੰਘ। ਇਹ ਹੁਣ ਇਹਨਾਂ ਸਾਰਿਆਂ ਦੀ ਜਿਹੜੀ ਭੂਮਿਕਾ ਹੈ, DGP ਗੌਰਵ ਯਾਦਵ ਨੇ ਇਹਨਾਂ ਸਾਰਿਆਂ ਨੂੰ, ਇਹਨਾਂ ਸਾਰੇ ਅਫਸਰਾਂ ਨੂੰ ਕਿਉਂ ਨਹੀਂ ਤਲਬ ਕੀਤਾ ਕਿ ਇਹ ਤੁਸੀਂ ਕਿਹੜਾ ਕੰਮ ਫੜ ਲਿਆ, ਕਿਹੜੇ ਕੰਮਾਂ 'ਚ ਤੁਸੀਂ ਪੈ ਗਏ ਹੋ? ਟੈਕਸ ਦੀ ਜੇ ਇਵੇਜਨ ਹੁੰਦੀ ਹੈ ਤਾਂ ਘੱਟੋ ਘੱਟ ਉਸ ਮਹਿਕਮੇ ਨੂੰ ਲਿਖੋ
ਸਾਰੇ ਕੰਮ ਤੁਸੀਂ ਕਰਨ ਲੱਗ ਗਏ, ਵੈਟ ਵੀ ਤੁਸੀਂ ਦੇਖਣ ਲੱਗ ਗਏ, GST ਵੀ ਤੁਸੀਂ ਦੇਖਣ ਲੱਗ ਗਏ, ਐਕਸਾਈਜ਼ ਵੀ ਤੁਸੀਂ ਕਰਨੀ ਆ, ਤੇ ਬਾਕੀ ਮਹਿਕਮੇ ਨੂੰ ਇਸ ਤਰ੍ਹਾਂ ਕਰੋ, ਛੁੱਟੀ ਕਰ ਦਿਓ। ਮੈਨੂੰ ਲੱਗਦਾ ਸਮਾਂ ਆ ਗਿਆ ਕਿ ਇਹਨਾਂ ਸਾਰਿਆਂ ਅਫਸਰਾਂ ਦੀ ACR ਦੇ ਵਿੱਚ ਘੱਟੋ ਘੱਟ, ਹੁਣ ਕੱਲ ਨੂੰ ਦੇਖੋ ADGP ਨਿਹਾਲ ਸਿੰਘ ਕਿੰਨੀ ਸੀਨੀਅਰ ਪੋਸਟ ਤੇ ਆ, ਇਹਨਾਂ ਨੇ ਕੱਲ ਨੂੰ DGP ਵੀ ਬਣਨਾ, ਤੇ ਘੱਟੋ ਘੱਟ ਮੈਨੂੰ ਲੱਗਦਾ ਇਸ ਤੋਂ ਸਬਕ ਲੈਂਦੇ ਹੋਏ ਇਹਨਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪਬਲਿਕ ਡੀਲਿੰਗ ਵਾਲੀ ਕੋਈ ਪੋਸਟਿੰਗ ਨਹੀਂ ਮਿਲਣੀ ਚਾਹੀਦੀ, ਨਹੀਂ ਤਾਂ ਇਹ ਇਸੇ ਤਰ੍ਹਾਂ ਦਾ ਵਿਹਾਰ ਕਰਨਗੇ। ਅੰਮ੍ਰਿਤਸਰ ਜਾਣ ਤੋਂ ਪਹਿਲਾਂ ਆਪਾਂ ਨੂੰ ਇਹ ਵੀ ਪਤਾ ਕਿ ਨਿਹਾਲ ਸਿੰਘ ਜਦੋਂ ਚੰਡੀਗੜ੍ਹ ਦੇ ਵਿੱਚ ਇੱਥੇ SSP ਸੀ, ਉਦੋਂ ਵੀ ਕਈ ਵਿਵਾਦ ਉੱਠੇ ਸੀ। ਖੈਰ ਉਹਨਾਂ ਵਿਵਾਦਾਂ ਦੇ ਵਿੱਚ ਅੱਜ ਨਹੀਂ ਅਸੀਂ ਜਾਣਾ, ਪਰ ਇਸ ਤੋਂ ਇਲਾਵਾ ਤੁਸੀਂ ਦੇਖੋ ਇਹਨਾਂ ਸਾਰੇ ਅਫਸਰਾਂ ਦੇ ਖਿਲਾਫ ਬੜੀ ਤਕੜੀ ਕਾਰਵਾਈ ਜਾਂ ਬੜੀ ਸਖਤ ਕਾਰਵਾਈ ਹੋਣੀ ਚਾਹੀਦੀ ਆ। ਪੰਜਾਬ ਸਰਕਾਰ ਬਾਰ-ਬਾਰ ਕਹਿੰਦੀ ਆ ਕਿ ਲਿਟੀਗੇਸ਼ਨ ਦੀ ਫੀਸ ਘਟਾਓ, ਐਗਜ਼ੈਕਟਿਵ ਨੂੰ, ਸਰਕਾਰਾਂ ਨੂੰ, ਅਫਸਰਾਂ ਨੂੰ ਖੁਦ ਫੈਸਲੇ ਲੈਣੇ ਚਾਹੀਦੇ ਆ ਤਾਂ ਕਿ ਸਾਡੀ ਲਿਟੀਗੇਸ਼ਨ ਜਾਂ ਕੇਸ ਕੋਰਟਸ ਦੇ ਵਿੱਚ ਘਟਣ। ਪਰ ਇਹ ਤਾਂ ਤੁਸੀਂ ਦੇਖੋ ਕੇਸ ਵੱਧਦੇ ਜਾ ਰਹੇ ਨੇ। ਉਹਨਾਂ ਕੇਸਾਂ ਦੇ ਵਿੱਚ ਪੁਲਿਸ ਕੋਰਟਸ ਦੇ ਵਿੱਚ ਤੁਰੀ ਫਿਰਦੀ ਆ ਜਿਹੜੇ ਕੇਸ ਅੰਮ੍ਰਿਤਸਰ ਤੱਕ ਨਿਪਟਾਏ ਜਾ ਸਕਦੇ ਸੀ। ਪਰ ਜਿਸ ਤਰ੍ਹਾਂ ਦੀ ਇਹਨਾਂ ਦੀ ਪ੍ਰਵਿਰਤੀ ਆ, ਜਿਸ ਤਰ੍ਹਾਂ ਦੀ ਇਹਨਾਂ ਦੀ ਨੇਚਰ ਆ, ਜਿਸ ਤਰ੍ਹਾਂ ਦੀ ਇਹਨਾਂ ਦੀ ਹਉਮੈ ਆ, ਮੈਨੂੰ ਤਾਂ ਲੱਗਦਾ ਹੁਣ ਸ਼ਾਇਦ ਨਿਹਾਲ ਸਿੰਘ ਜਾਂ ਅੰਮ੍ਰਿਤਸਰ ਦਾ ਜਿਹੜਾ ਕਮਿਸ਼ਨਰੇਟ ਆ, ਇਹ ਸੁਪਰੀਮ ਕੋਰਟ ਵੀ ਜਾ ਸਕਦਾ ਇਸ ਪਰਿਵਾਰ ਦੇ ਖਿਲਾਫ। ਇੰਨਾ ਜ਼ਿਆਦਾ ਇਸ ਕੇਸ ਨੂੰ ਇਹਨਾਂ ਨੇ ਤਰਜੀਹ ਦਿੱਤੀ ਸੀ। ਤੇ ਕੀ ਇਸ ਤਰ੍ਹਾਂ ਦੀ ਐਗਜ਼ਾਮਪਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੈੱਟ ਕਰਨਾ ਚਾਹੁੰਦੇ ਆ? ਵੈਸੇ ਇਹ ਉਹਨਾਂ ਦਾ ਮਹਿਕਮਾ ਵੀ ਆ, ਹੋਮ ਅਫੇਅਰਸ ਐਂਡ ਜਸਟਿਸ ਮਹਿਕਮਾ, ਜਿਹਦੇ ਵਿੱਚ ਲਗਾਤਾਰ ਇਹ ਸਾਰਾ ਕੁਝ ਹੋ ਰਿਹਾ। ਹੁਣ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਅੰਮ੍ਰਿਤਸਰ ਪੁਲਿਸ ਨੂੰ, ਕੀ ਅੰਮ੍ਰਿਤਸਰ ਕਮਿਸ਼ਨਰੇਟ ਨੂੰ ਕਿਸੇ ਤਰ੍ਹਾਂ ਦਾ ਕੋਈ ਸਬਕ ਮਿਲਦਾ, ਜਾਂ ਉਹ ਇਸੇ ਤਰ੍ਹਾਂ ਆਪਣੀ ਇਸ ਹਉਮੈ ਦੇ ਵਿੱਚ ਇਸ ਪਰਿਵਾਰ ਨੂੰ ਤੰਗ ਕਰਦੀ ਰਹੂਗੀ। ਵੈਸੇ ਪਰਿਵਾਰ ਦੇ ਨਾਲ ਮੇਰੀ ਗੱਲ ਹੋਈ ਸੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਲਗਭਗ ਇੱਕ ਹਫ਼ਤੇ ਦੇ ਦੌਰਾਨ ਆਪਣੇ ਇਸ ਬਿਜ਼ਨਸ ਨੂੰ ਫੇਰ ਤੋਂ ਮੁੜ ਤੋਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ। ਹੋ ਸਕਦਾ ਇਹ ਬਾਕੀ ਜਿਹੜੇ ਹੋਰ ਜ਼ਿਲ੍ਹਿਆਂ ਦੀ ਪੁਲਿਸ ਆ ਉਹਨਾਂ ਲਈ ਇੱਕ ਉਦਾਹਰਨ ਬਣੇ ਕਿ ਤੁਹਾਨੂੰ ਸਾਰਿਆਂ ਨੂੰ ਖਾਕੀ ਵਰਦੀਆਂ ਇਸ ਕਰਕੇ ਮਿਲੀਆਂ, ਤੁਹਾਨੂੰ ਯੂਨੀਫਾਰਮ ਇਸ ਕਰਕੇ ਮਿਲੀ ਆ ਤਾਂ ਕਿ ਤੁਸੀਂ ਆਪਣੇ ਜ਼ਿਲ੍ਹਿਆਂ ਦੇ ਵਿੱਚ, ਆਪਣੇ ਕਮਿਸ਼ਨਰੇਟਸ ਦੇ ਵਿੱਚ ਲਾਅ ਐਂਡ ਆਰਡਰ, ਜਿਹੜੇ ਕਿ ਅਮਨ ਕਾਨੂੰਨ ਦੀ ਸਥਿਤੀ ਆ, ਉਸ ਉੱਤੇ ਕਾਬੂ ਰੱਖੋ, ਨਾ ਕਿ ਤੁਸੀਂ ਕਿਸੇ ਦੇ ਬਿਜ਼ਨਸ ਤੁਸੀਂ ਬਰਬਾਦ ਕਰਦੇ ਫਿਰੋ। ਤੇ ਜੇ ਤੁਹਾਨੂੰ ਲੱਗਦਾ ਕਿਤੇ ਉਣਤਾਈ ਹੋਈ ਆ, ਕੋਈ ਅਵੱਗਿਆ ਹੋਈ ਆ, ਕੋਈ ਉਲੰਘਣਾ ਹੋਈ ਆ, ਕੋਈ ਵਾਇਲੇਸ਼ਨ ਹੋਈ ਆ, ਤੇ ਬਹੁਤ ਸਾਰੇ ਮਹਿਕਮੇ ਨੇ ਉਹਨਾਂ ਨੂੰ ਚਿੱਠੀ ਲਿਖ ਕੇ ਇੱਕ ਪ੍ਰਕਿਰਿਆ ਹੁੰਦੀ ਹੈ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।